ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਰਾਜਾ ਹਰੀਸ਼ ਚੰਦਰ ਅਤੇ ਰਾਣੀ ਤਾਰਾ ਦੀ ਕਥਾ ਕਰਾਂਗੇ, ਜਿਨ੍ਹਾਂ ਨੇ ਰਾਜ ਤੋਂ ਰਾਜਾ ਬਣ ਕੇ ਵੀ ਪਰਮਾਤਮਾ ਦੇ ਲਿਖੇ ਅਨੁਸਾਰ ਭੀਖ ਮੰਗੀ। ਸਮਾਂ ਬੰਦੇ ਤੋਂ ਬਹੁਤ ਕੁਝ ਕਰਵਾ ਦਿੰਦਾ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇੱਕ ਰਾਜਾ ਸੀ, ਉਸ ਦੀ ਰਾਣੀ, ਉਸ ਦਾ ਵਿਆਹ ਤਾਰਾ ਰਾਣੀ ਨਾਲ ਹੋਇਆ। ਤਾਰਾ ਰਾਣੀ ਇੱਕ ਪਤੀਵਰਤਾ ਇਸਤਰੀ ਸੀ। ਉਹ ਆਪਣੇ ਪਤੀ ਦੇ ਕਹਿਣ 'ਤੇ ਉਸ ਦੀ ਆਗਿਆ ਮੰਨਦੀ ਸੀ, ਪਰ ਬਚਪਨ ਵਿੱਚ ਉਸ ਨੂੰ ਸਤਸੰਗ ਦੀ ਚਾਗ ਲੱਗੀ ਹੋਈ ਸੀ। ਉਸ ਨੂੰ ਸਤਸੰਗ ਕਰਨ ਦਾ ਬਹੁਤ ਬਰਾਗ ਰਹਿੰਦਾ ਸੀ। ਕੁਝ ਦਿਨ ਵਿਆਹ ਤੋਂ ਪਿੱਛੋਂ ਰਾਜਾ ਨੇ ਉਸ ਨੂੰ ਜਾਣਾ ਬੰਦ ਕਰ ਦਿੱਤਾ, ਕਿਉਂਕਿ ਰਾਜਾ ਮਨਮੁਖ ਸੀ। ਇੱਕ ਦਿਨ ਰਾਣੀ ਨੇ ਸੁਣਿਆ ਕਿ ਉਸ ਦੇ ਸ਼ਹਿਰ ਵਿੱਚ ਕੋਈ ਸਤਸੰਗ ਹੋ ਰਿਹਾ ਹੈ, ਤਾਂ ਰਾਜਾ ਤੋਂ ਚੋਰੀਓਂ ਰਾਣੀ ਰਾਤ ਨੂੰ ਅੱਧੀ ਰਾਤ ਵੇਲੇ ਉੱਠ ਕੇ ਉਸ ਨੇ ਸਤਸੰਗ ਕਰਨਾ ਚਾਹਿਆ। ਉਹ ਰਾਜੇ ਦੇ ਸੁੱਤੇ ਪਏ ਤੋਂ ਚਲੀ ਗਈ। ਰਾਜਾ ਸੁੱਤਾ ਰਿਹਾ। ਕਿਸੇ ਨੇ ਚੁਗਲੀ ਕੀਤੀ ਕਿ ਰਾਣੀ ਉੱਠ ਕੇ ਤੁਹਾਡੇ ਕੋਲੋਂ ਚਲੀ ਜਾਂਦੀ ਹੈ। ਚੁਗਲੀ ਵਾਲੇ ਬੜੇ ਹਰਾਮਖੋਰ ਹੁੰਦੇ ਹਨ। ਰਾਣੀ ਬੇਸ਼ੱਕ ਸਤਸੰਗ ਵਿੱਚ ਜਾਂਦੀ ਸੀ। ਰਾਣੀ ਉੱਤੇ ਇਲਜ਼ਾਮ ਲੱਗਣੇ ਸ਼ੁਰੂ ਹੋਏ। ਰਾਜੇ ਨੇ ਆਪਣੇ ਅੱਖਾਂ ਨਾਲ ਵੇਖਣਾ ਚਾਹਿਆ, ਤਾਂ ਰਾਜੇ ਨੇ ਰਾਣੀ ਨੂੰ ਕੁਝ ਸਮੇਂ ਬਾਅਦ ਇੱਕ ਦਿਨ ਕੁਝ ਸਮਾਂ ਨਾ ਸੁੱਤਾ ਅਤੇ ਪਾਸੇ ਮਾਰਦਾ ਰਿਹਾ, ਤੇ ਰਾਣੀ ਨੂੰ ਇਸ ਤਰ੍ਹਾਂ ਭੁਲੇਖਾ ਪਿਆ ਕਿ ਰਾਜਾ ਸੌਂ ਗਿਆ ਹੈ। ਇਸ ਤਰ੍ਹਾਂ ਰਾਣੀ ਅੱਧੀ ਰਾਤ ਵੇਲੇ ਉੱਠੀ, ਇਸ਼ਨਾਨ ਕੀਤਾ, ਸਤਸੰਗ ਵਿੱਚ ਪਹੁੰਚ ਗਈ। ਪਹੁੰਚਣ ਤੋਂ ਬਾਅਦ ਉਸਨੇ ਸਤਸੰਗ ਕੀਤਾ ਤੇ ਰਾਜਾ ਨੇ ਰਾਣੀ ਦੀ ਇੱਕ ਖੜਾਮ ਚੁੱਕ ਕੇ ਲੈ ਆਇਆ ਤੇ ਆ ਕੇ ਆਪਣੇ ਪਲੰਘ ਤੇ ਸੌਂ ਗਿਆ। ਜਦੋਂ ਸਤਸੰਗ ਸਮਾਪਤ ਹੋਇਆ, ਰਾਣੀ ਨੇ ਆਪਣੀ ਖੜਾਮ ਨਾ ਦੇਖੀ ਤਾਂ ਬੜੀ ਪਰੇਸ਼ਾਨ ਹੋਈ। ਸਾਰੀ ਸੰਗਤ ਨੇ ਅਰਦਾਸ ਕੀਤੀ, ਹੇ ਸੱਚੇ ਪਾਤਸ਼ਾਹ, ਰਾਣੀ ਦੀ ਖੜਾਮ ਜੁੜ ਜਾਵੇ। ਇਸ ਤਰ੍ਹਾਂ ਰਾਜਾ ਹਰੀ ਚੰਦ ਦਾ ਭੁਲੇਖਾ ਵੀ ਦੂਰ ਹੋ ਜਾਵੇ। ਰਾਣੀ ਨੇ ਅਰਦਾਸ ਕੀਤੀ, ਹੇ ਸੱਚੇ ਪਾਤਸ਼ਾਹ, ਮੇਰੇ ਪਤੀ ਨੂੰ ਵੀ ਇੱਕ ਭਗਤ ਬਣਾਓ ਜੋ ਦੁਨੀਆ ਵਿੱਚ ਪ੍ਰਸਿੱਧ ਹੋਵੇ। ਰਾਣੀ ਦੀ ਖੜਾਮ ਆ ਗਈ। ਉਸਨੇ ਪੈਰਾਂ ਵਿੱਚ ਪਹਿਨ ਕੇ ਰਾਜੇ ਕੋਲ ਆਈ। ਰਾਜੇ ਨੇ ਪੁੱਛਿਆ, ਰਾਣੀ ਤੇਰੀਆਂ ਖੜਾਮਾਂ ਕਿੱਥੇ ਹਨ? ਤਾਂ ਰਾਣੀ ਨੇ ਕਿਹਾ, ਮੇਰੀਆਂ ਖੜਾਮਾਂ ਮੇਰੇ ਪੈਰਾਂ ਵਿੱਚ ਹਨ। ਰਾਜਾ ਬੜਾ ਹੈਰਾਨ ਹੋਇਆ ਤੇ ਉਸਨੇ ਕਿਹਾ, ਹਾਂ ਰਾਣੀ, ਤੂੰ ਬੜੀ ਸਤਵੰਤੀ ਹੈ, ਤੂੰ ਬਹੁਤ ਪਰਮਾਤਮਾ ਦੀ ਭਗਤੀ ਕਰਦੀ ਹੈ। ਮੈਨੂੰ ਤੇਰੇ ਉੱਤੇ ਸ਼ੱਕ ਸੀ, ਪਰ ਇਹ ਸ਼ੱਕ ਮੈਨੂੰ ਪਰਮਾਤਮਾ ਨੇ ਅੱਜ ਦੂਰ ਕਰ ਦਿੱਤਾ ਹੈ। ਇਸ ਤਰ੍ਹਾਂ ਰਾਜਾ ਤੇ ਰਾਣੀ ਬੜਾ ਖੁਸ਼ੀ ਜੀਵਨ ਬਤੀਤ ਕਰਨ ਲੱਗੇ। ਰਾਜੇ ਦੀ ਹਰ ਪਾਸੇ ਜੈ ਜੈਕਾਰ ਹੋਣ ਲੱਗੀ। ਤਾਂ ਰਾਜਾ ਹਰੀਸ਼ ਚੰਦਰ ਦੇ ਕੋਲ ਇੱਕ ਦਿਨ ਰਿਸ਼ੀ ਪਰਮਾਤਮਾ ਨੇ ਸੋਚਿਆ ਕਿ ਇਸ ਦਾ ਸਿੰਘਾਸਣ ਡਲਾਉਣਾ ਹੈ। ਸੰਤਾਂ ਦਾ ਰੂਪ ਧਾਰਨ ਕਰਕੇ ਆਇਆ ਤੇ ਭਿੱਖਿਆ ਮੰਗੀ। ਤਾਂ ਉਸਨੇ ਕਿਹਾ ਵੀ ਜੋ ਕੁਛ ਹੈ ਦੱਸੋ ਮਹਾਰਾਜ, ਕੀ ਭਿੱਖਿਆ ਦੇਈਏ? ਉਹ ਕਹਿੰਦਾ, ਜੋ ਕੁਛ ਮੈਂ ਮੰਗਾਂਗਾ ਕੀ ਤੂੰ ਮੈਨੂੰ ਦੇ ਸਕਦਾ ਹੈ? ਰਾਜੇ ਨੇ ਕਿਹਾ, ਹਾਂ ਮੈਂ ਜ਼ਰੂਰ ਦੇ ਸਕਦਾ ਸੰਤ ਜੀ। ਤਾਂ ਉਸਨੇ ਸਾਰਾ ਕੁਝ ਹੀ ਜੋ ਉਸ ਦਾ ਰਾਜ ਵਿੱਚ ਸੀ ਸਭ ਕੁਝ ਰਾਜੇ ਤੋਂ ਮੰਗ ਲਿਆ। ਰਾਜਾ ਬਚਨ ਦੇ ਚੁੱਕਾ ਸੀ। ਇਸ ਕਰਕੇ ਸੰਤਾਂ ਨੇ ਕਿਹਾ, ਤੂੰ
शहर तो बाहर हो जा। जे ਉਹ ਮੋਤੀਆਂ ਦਾ ਥਾਲ ਪਾਉਣ ਲੱਗਿਆ ਤਾਂ ਉਸਨੇ ਕਿਹਾ ਇਹ ਤਾਂ ਪਹਿਲਾਂ ਹੀ ਮੇਰੇ ਹੋ ਚੁੱਕੇ ਹਨ, ਹੀਰੇ ਜਵਾਹਰਾਤ, ਤੇਰਾ ਰਾਜ, ਤੇਰੀਆਂ ਸਾਰੀਆਂ ਚੀਜ਼ ਵਸਤਾਂ ਜੋ ਤੇਰੇ ਪਾਸ ਹਨ ਉਹ ਤੂੰ ਮੈਨੂੰ ਦੇ ਚੁੱਕਿਆ ਹੈ। ਇਸ ਕਰਕੇ ਹੁਣ ਤੇਰਾ ਕੁਝ ਵੀ ਨਹੀਂ, ਮੇਰਾ ਹੁਕਮ ਹੈ ਕਿ ਤੂੰ ਸ਼ਹਿਰ ਤੋਂ ਬਾਹਰ ਚਲਾ ਜਾ। ਰਾਜਾ ਹਰਿਸ਼ਚੰਦਰ ਤੇ ਰਾਣੀ ਤਾਰਾ ਆਪਣੇ ਪੁੱਤਰ ਰੋਹਤਾਸ ਨਾਲ ਬਾਹਰ ਚਲੀ ਗਈ। ਉਸਨੇ ਜਾ ਕੇ ਜਾਂਦੇ ਹੋਏ ਬੜੇ ਦੁੱਖ ਸਹੇ, ਰਸਤੇ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ। ਇਸ ਤਰ੍ਹਾਂ ਰਾਣੀ ਕਾਸ਼ੀ ਵਿੱਚ ਚਲੀ ਗਈ। ਉੱਥੇ ਜਾ ਕੇ ਕਿਸੇ ਪੰਡਤ ਦੇ ਘਰ ਉਸਨੇ ਆਪ ਰਾਜਾ ਵਿਕ ਗਿਆ, ਰਾਣੀ ਨੂੰ ਵੇਚ ਦਿੱਤਾ। ਰਾਣੀ ਨੇ ਕਿਹਾ ਪੰਡਤਾਣੀ ਨੂੰ, ਮੈਂ ਤੇਰੇ ਘਰ ਦਾ ਸਾਰਾ ਕੰਮ ਕਰਾਂਗੀ, ਪਰ ਤੇਰੇ ਆਦਮੀ ਦੇ ਜੋ ਤੁਹਾਡੇ ਘਰ ਵਿੱਚ ਮਨੁੱਖ ਹਨ ਉਹਨਾਂ ਦੇ ਮੈਂ ਮੱਥੇ ਨਹੀਂ ਲੱਗਣਾ, ਉਹਨਾਂ ਨੂੰ ਮੈਂ ਰੋਟੀ ਪਾਣੀ ਨਹੀਂ ਫੜਾਉਣਾ, ਹੋਰ ਮੈਂ ਸਾਰਾ ਕੰਮ ਕਰਾਂਗੀ। ਪੁੱਤਰ ਵੀ ਨਾਲ ਸੀ। ਤਾਂ ਇਸ ਤਰ੍ਹਾਂ ਰਾਣੀ ਤੇ ਪੁੱਤਰ ਰੋਹਤਾਸ ਦੋਵੇਂ ਜਾਣੇ ਉੱਥੇ ਹੀ ਰਹਿਣ ਲੱਗੇ। ਉਹਨਾਂ ਦਾ ਆਪਣਾ ਇੱਕ ਅਲੱਗ ਕਮਰਾ ਸੀ, ਉੱਥੇ ਹੀ ਉਹ ਬੈਠਦੀ ਸੀ। ਹਰ ਸਮੇਂ ਕੰਮ ਕਰਦੇ ਸਮੇਂ ਵੀ ਉਹ ਮਹਾਰਾਜ ਨੂੰ ਯਾਦ ਕਰਦੀ ਰਹਿੰਦੀ ਸੀ, ਹੇ ਵਾਹਿਗੁਰੂ ਤੇਰੀ ਲੀਲਾ ਅਪਰੰਪਾਰ ਹੈ, ਤੂੰ ਰਾਜਾ ਤੋਂ ਭਿਖਾਰੀ ਬਣਾ ਦਿੰਦਾ ਹੈ ਤੇ ਭਿਖਾਰੀਆਂ ਨੂੰ ਉਸ ਉੱਪਰ ਕਰ ਦਿੰਦਾ ਹੈ। ਇਹ ਸਭ ਤੇਰੀ ਕੁਦਰਤ ਹੈ, ਤੇਰੀ ਕੁਦਰਤ ਦਾ ਕਿਸੇ ਨੇ ਅੰਤ ਨਹੀਂ ਪਾਇਆ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਹੋਏ ਰਾਜਾ ਇੱਕ ਚੰਡਾਲ ਦੇ ਘਰ ਚਲਾ ਗਿਆ। ਉੱਥੇ ਜਾ ਕੇ ਦਿਨ ਵਿੱਚ ਰਾਤ ਨੂੰ ਉਹ ਕੋਲੇ ਦੀ ਭੱਠੀ ਉੱਤੇ ਕੰਮ ਕਰਦਾ ਸੀ, ਦਿਨ ਵਿੱਚ ਉਹ ਮੁਰਦੇ ਫੂਕਣ ਦਾ ਕੰਮ ਕਰਦਾ ਸੀ। ਜੇਕਰ ਉਸ ਚੰਡਾਲ ਦਾ ਹੁਕਮ ਸੀ ਜੋ ਕੋਈ ਮੁਰਦਾ ਫੂਕਣ ਵਾਸਤੇ ਆਵੇ ਉਸ ਤੋਂ ਇੱਕ ਆਨਾ ਅਤੇ ਉਸ ਦਾ ਕਫਨ ਜ਼ਰੂਰ ਲਿਆ ਜਾਵੇ। ਰਾਜੇ ਨੇ ਇਸ ਦੀ ਆਗਿਆ ਦਾ ਪਾਲਣ ਕੀਤਾ। ਜੋ ਕੋਈ ਮੁਰਦਾ ਫੂਕਣ ਵਾਸਤੇ ਆਉਂਦਾ ਤਾਂ ਉਹ ਇੱਕ ਆਨਾ ਅਤੇ ਕਫਨ ਲੈਂਦਾ ਸੀ। ਇੱਕ ਦਿਨ ਪਰਮਾਤਮਾ ਨੇ ਉਸ ਦੀ ਹੋਰ ਡੂੰਘੀ ਪ੍ਰੀਖਿਆ ਲੈਣੀ ਚਾਹੀ। ਪੁੱਤਰ ਰੋਹਤਾਸ ਨੂੰ ਸੱਪ ਨੇ ਡਸ ਲਿਆ। ਰਾਣੀ ਨੇ ਬੜਾ ਬਰਲਾਪ ਕੀਤਾ ਪਰ ਉਸ ਦਾ ਕੋਈ ਵੀ ਪੇਸ਼ ਨਾ ਚੱਲੀ। ਰਾਣੀ ਆਪਣੇ ਪੁੱਤਰ ਦਾ ਦਾਹ ਸੰਸਕਾਰ ਕਰਨ ਲਈ ਸ਼ਮਸ਼ਾਨ ਭੂਮੀ ਵਿੱਚ ਚਲੀ ਗਈ। ਉੱਥੇ ਜਾ ਕੇ ਆਪਣੇ ਪਤੀ ਨੂੰ ਪਛਾਣਿਆ ਤੇ ਕਹਿਣ ਲੱਗੀ, ਪਤੀ ਜੀ ਪੁੱਤਰ ਮਰ ਚੁੱਕਿਆ ਹੈ, ਇਸ ਨੂੰ ਦਾਹ ਸੰਸਕਾਰ ਕਰ ਦਿਓ। ਪਰ ਪਤੀ ਨੇ ਕਿਹਾ, ਰਾਜਾ ਹਰਿਸ਼ਚੰਦਰ ਨੇ ਕਿਹਾ, ਨਹੀਂ ਹੁਣ ਤੂੰ ਮੇਰੀ ਰਾਣੀ ਨਹੀਂ, ਮੈਂ ਤੇਰਾ ਰਾਜਾ ਨਹੀਂ, ਕਿਉਂਕਿ ਆਪਾਂ ਹੁਕਮ ਵਿੱਚ ਵੱਜੇ ਹੋਏ ਹਾਂ। ਤੂੰ ਇੱਕ ਬ੍ਰਾਹਮਣ ਦੇ ਘਰ ਵਿਕ ਚੁੱਕੀ ਹੈ ਤੇ ਮੈਂ ਇੱਕ ਚੰਡਾਲ ਦੇ ਘਰ ਵਿਕਿਆ ਹੋਇਆ ਹਾਂ। ਹੁਣ ਆਪਣਾ ਰਿਸ਼ਤਾ ਖਤਮ ਹੋ ਚੁੱਕਾ ਹੈ। ਜੇਕਰ ਪਰਮਾਤਮਾ ਨੇ ਸਬੱਬ ਕੀਤਾ ਤਾਂ ਕਿਸੇ ਵੇਲੇ ਵੀ ਉਹ ਜੋੜ ਸਕਦਾ ਹੈ। ਪੁੱਤਰ ਦੀ ਮ੍ਰਿਤੂ ਸੁਣ ਕੇ ਰਾਜੇ ਦੇ ਪੱਥਰ ਮਨ ਦੇ ਵਿੱਚ ਕੋਈ ਹੰਝੂ ਨਾ ਆਇਆ। ਰਾਣੀ ਨੇ ਬਹੁਤ ਬਰਲਾਪ ਕੀਤਾ। ਇਸ ਤਰ੍ਹਾਂ ਰੋਂਦੇ ਰੋਂਦੇ ਉਹ ਬੇਸੁਰਤ ਹੋ ਗਈ। ਇਸ ਤਰ੍ਹਾਂ ਰਾਣੀ ਨੇ ਆਪਣੀ ਸਾੜੀ ਦਾ ਇੱਕ ਪੱਲਾ ਪਾੜ ਕੇ ਪੁੱਤਰ ਦੇ ਉੱਪਰ ਕਫਨ ਪਾਇਆ, ਪਰ ਰਾਜਾ ਫਿਰ ਵੀ ਨਾ ਮੰਨਿਆ ਤੇ ਦਾਹ ਸੰਸਕਾਰ ਕਰਨ ਵਾਸਤੇ ਨਾ ਦਿੱਤਾ। ਇਸ ਤਰ੍ਹਾਂ ਰਾਣੀ ਨੇ ਕਾਸ਼ੀ ਦੀਆਂ ਗਲੀਆਂ ਵਿੱਚ ਇੱਕ ਠੂਠਾ ਲੈ ਕੇ ਮੰਗਿਆ ਕਿ ਮੈਂ ਪੁੱਤਰ ਦਾ ਦਾਹ ਸੰਸਕਾਰ ਕਰਨਾ ਹੈ, ਇਸ ਵਾਸਤੇ ਮੈਨੂੰ ਇੱਕ ਆਨਾ ਦਿਓ। ਕਿਸੇ ਨੇ ਇੱਕ ਆਨਾ ਨਾ ਦਿੱਤਾ ਤਾਂ ਇਸ ਤਰ੍ਹਾਂ ਵਿਚਾਰੀ ਰੋਂਦੀ ਕਰਲਾਂਦੀ ਫਿਰ ਉੱਥੇ ਹੀ ਆ ਗਈ ਤੇ ਪੁੱਤਰ ਨੂੰ ਲੈ ਕੇ ਬੇਹੋਸ਼ੀ ਦੀ ਹਾਲਤ ਵਿੱਚ ਪਈ ਹੋਈ ਸੀ। ਉੱਥੇ ਕੁਝ ਚੋਰ ਲੰਘ ਰਹੇ ਸਨ ਤਾਂ ਚੋਰਾਂ ਨੇ ਕਿਹਾ, ਜੇਕਰ ਅੱਜ ਸਾਨੂੰ ਰਾਜੇ ਦੇ ਖਜ਼ਾਨੇ ਵਿੱਚੋਂ ਕੁਝ ਮਾਲ ਮਿਲ ਜਾਵੇ ਤਾਂ ਅਸੀਂ ਜੋ ਸਾਨੂੰ ਸ਼ਮਸ਼ਾਨ ਭੂਮੀ ਦੇ ਗੇਟ ਅੱਗੇ ਮਿਲੇਗਾ ਉਸ ਨੂੰ ਹੀ ਦੇ ਜਾਵਾਂਗੇ। ਤਾਂ ਰਾਜੇ ਦੇ ਘਰ ਜਾ ਕੇ ਚੋਰਾਂ ਨੇ 9 ਲੱਖਾਂ ਹਾਰ ਚੋਰੀ ਕੀਤਾ ਤੇ ਉਹ ਚੋਰ
ਆਪਣਾ ਕੁਝ ਸਮਾਨ ਲੈ ਕੇ ਚਲੇ ਗਏ। ਜੋ 9 ਲੱਖਾ ਹਾਰ ਸੀ ਉਹ ਰਾਣੀ ਦੇ ਗਾਲ ਵਿੱਚ ਪਾਇਆ ਗਿਆ। ਰਾਣੀ ਬੇਸੁਰਤ ਸੀ, ਪੁੱਤਰ ਨੂੰ ਗੋਦ ਵਿੱਚ ਲੈ ਕੇ ਬੈਠੀ ਰੋ ਰਹੀ ਸੀ। ਉਸ ਨੂੰ ਕੁਝ ਵੀ ਪਤਾ ਨਾ ਚੱਲਿਆ। ਸਵੇਰ ਸਮੇਂ ਜਦੋਂ ਪਤਾ ਲੱਗਿਆ ਰਾਜੇ ਦੇ ਮਹਿਲਾਂ ਵਿੱਚ ਚੋਰੀ ਹੋ ਚੁੱਕੀ ਹੈ ਤਾਂ ਉਸ ਦੀ ਪੈੜ ਲੱਭਦੇ ਲੱਭਦੇ ਪੈੜ ਸ਼ਮਸ਼ਾਨ ਭੂਮੀ ਵੱਲ ਚਲੀ ਗਈ। ਉੱਥੇ ਤਾਰਾ ਰਾਣੀ ਦੇ ਗਲ ਵਿੱਚ 9 ਲੱਖਾ ਹਾਰ ਦੇਖਿਆ। ਉਹਨਾਂ ਦੇ ਸਿਪਾਹੀਆਂ ਨੇ ਰਾਣੀ ਨੂੰ ਫੜ ਲਿਆ ਤੇ ਕਹਿਣ ਲੱਗੇ ਵੀ ਇਹ ਹੀ ਸਾਡਾ ਚੋਰ ਹੈ। ਰਾਣੀ ਨੇ ਬਹੁਤ ਕਿਹਾ ਵੀ ਮੈਂ ਚੋਰ ਨਹੀਂ ਹਾਂ, ਮੈਂ ਆਪਣੇ ਪੁੱਤਰ ਦਾ ਦਾਹ ਸੰਸਕਾਰ ਕਰਨ ਵਾਸਤੇ ਆਈ ਸੀ। ਪਰ ਸਮਾਂ ਬੜਾ ਭਿਆਨਕ ਸੀ, ਕਿਸੇ ਨੇ ਨਾ ਮੰਨਿਆ ਤਾਂ ਰਾਣੀ ਨੂੰ ਸਜ਼ਾ ਹੋਈ ਕਿ ਜੋ ਸ਼ਮਸ਼ਾਨ ਭੂਮੀ ਵਿੱਚ ਰਹਿਣ ਵਾਲਾ ਜਲਾਦ ਹੈ ਉਹ ਆਪਣੀ ਕਿਰਪਾਨ ਨਾਲ ਇਸ ਦਾ ਸਿਰ ਕੱਟ ਦੇਵੇ। ਰਾਣੀ ਨੇ ਸਜ਼ਾ ਸੁਣੀ ਤੇ ਪਰਮਾਤਮਾ ਦਾ ਸ਼ੁਕਰਗੁਜ਼ਾਰ ਕੀਤਾ। ਵਾਹਿਗੁਰੂ, ਜੋ ਤੂੰ ਕੁਝ ਕਰਦਾ ਹੈ ਇਹ ਮੇਰੇ ਲੇਖਾਂ ਦਾ ਭੋਗ ਹੈ, ਮੈਂ ਭੋਗ ਰਹੀ ਹਾਂ। ਇਸ ਤਰ੍ਹਾਂ ਰਾਜੇ ਨੇ ਜਦ ਆਪਣੀ ਮਿਆਨ ਖੜਗ ਵਿੱਚੋਂ ਕੱਢੀ ਤੇ ਰਾਣੀ ਨੇ ਆਪਣਾ ਸੀਸ ਰਾਜੇ ਅੱਗੇ ਕੀਤਾ ਤਾਂ ਅਸਮਾਨ ਵਿੱਚੋਂ ਦੇਵਤਾ ਉਤਰ ਕੇ ਆਏ ਤੇ ਉਹਨਾਂ ਦਾ ਹੱਥ ਫੜ ਲੈਤਾ। ਜਦੋਂ ਰਾਜੇ ਨੇ ਖੜਗ ਕਿਰਪਾਨ ਸੀ ਜਿਹੜੀ ਕੱਢੀ, ਉਸ ਦੀ ਕਿਰਪਾਨ ਫੜ ਲਈ ਤੇ ਕਿਹਾ ਕਿ ਹੁਣ ਤੇਰੀ ਪ੍ਰੀਖਿਆ ਜਿਹੜੀ ਉਹ ਪੂਰੀ ਹੋ ਚੁੱਕੀ ਹੈ, ਤੇਰਾ ਰਾਜ ਤੈਨੂੰ ਵਾਪਸ ਦਿੱਤਾ ਜਾਂਦਾ ਹੈ। ਤੇ ਪੁੱਤਰ ਨੂੰ ਇੱਕ ਸੰਤ ਦਾ ਰੂਪ ਧਾਰਨ ਕਰਕੇ ਪਰਮਾਤਮਾ ਨੇ ਉਸ ਵਿੱਚ ਦੁਬਾਰਾ ਸਾਹਸ ਪਾ ਦਿੱਤੇ। ਇਸ ਤਰ੍ਹਾਂ ਰਾਜਾ ਹਰਿਸ਼ਚੰਦਰ ਅਤੇ ਰਾਣੀ ਤਾਰਾ ਨੇ ਕਾਸ਼ੀ ਦੀਆਂ ਗਲੀਆਂ ਵਿੱਚ ਭੀਖ ਮੰਗ ਕੇ ਵੀ ਆਪਣਾ ਗੁਜ਼ਾਰਾ ਕੀਤਾ। ਸਮਾਂ ਕਿਸੇ ਦਾ ਮਿੱਤਰ ਨਹੀਂ। ਕਰਮਾਂ ਵਿੱਚ ਜੋ ਕੁਝ ਲਿਖਿਆ ਹੁੰਦਾ ਹੈ ਚੰਗਾ ਮਾੜਾ ਉਹ ਬਣ ਕੇ ਰਹਿੰਦਾ ਹੈ, ਕਿਸੇ ਦੇ ਕੁਝ ਬਸ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।